ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਸੰਗਤ ਜੀ, ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 342 ਤੋਂ ਲੈ ਕੇ 344 ਤੱਕ ਬਾਣੀ ਦੀ ਸਾਂਝ ਪਾਉਂਦੇ ਹਾਂ ਜੀ। ਬਾਣੀ ਕਬੀਰ ਜੀ ਦੀ ਚੱਲ ਰਹੀ ਹੈ। ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਜੀ। ਸੱਸਾ ਸੋ ਨੀਕਾ ਕਰ ਸੋਧੋ, ਘਟ ਪਰਚਾ ਕੀ ਬਾਤ ਨਿਰੋਧੋ। ਘਟ ਪਰਚੈ ਜੋ ਉਪਜੈ ਪਾਓ, ਪੂਰ ਰਿਹਾ ਤਹਿ ਤਿਰ ਪਵਨ ਰਾਓ। ਹਾਂਜੀ ਸੰਗਤ ਜੀ, ਕਬੀਰ ਜੀ ਕਹਿੰਦੇ ਨੇ ਸੱਸਾ ਅੱਖਰ ਦੇ ਨਾਲ ਕਿ ਉਸ ਪਰਮਾਤਮਾ ਨੂੰ ਆਪਣੇ ਅੰਤਰ ਆਤਮੇ ਚੇਤੇ ਵਿੱਚ ਰੱਖੋ। ਕਹਿੰਦੇ ਵੀ ਜਦੋਂ ਤੁਸੀਂ ਅੰਤਰ ਆਤਮੇ ਉਸ ਪਰਮਾਤਮਾ ਦੇ ਨਾਲ ਪ੍ਰੇਮ ਪਾ ਲੈਂਦੇ ਹੋ, ਜਦੋਂ ਜੀਵ ਦੇ ਅੰਦਰ ਪਰਮਾਤਮਾ ਦੇ ਲਈ ਪ੍ਰੇਮ ਪੈਦਾ ਹੋ ਜਾਂਦਾ, ਅੰਤਰ ਆਤਮੇ ਉਹਨੂੰ ਜਾਣ ਲੈਂਦਾ, ਫਿਰ ਉਹਨੂੰ ਇਸ ਤਰ੍ਹਾਂ ਹੀ ਦਿਸਦਾ ਕਿ ਸਾਰੇ ਸੰਸਾਰ ਵਿੱਚ ਪਰਮਾਤਮਾ ਹੀ ਵਿਆਪਕ ਹੈ। ਉਹਨੂੰ ਸਾਰਿਆਂ ਵਿੱਚ ਹੀ ਪਰਮਾਤਮਾ ਨਜ਼ਰ ਆਉਂਦਾ। ਫਿਰ ਖੱਖਾ ਖੋਜ ਪਰੈ ਜੋ ਕੋਈ, ਜੋ ਖੋਜੈ ਸੋ ਬਹੁਰ ਨਾ ਹੋਈ। ਕਹਿੰਦੇ ਵੀ ਆਪਣੇ ਅੰਦਰ ਪਰਮਾਤਮਾ ਦੀ ਜਿਹੜਾ ਕੋਈ ਖੋਜ ਕਰ ਲੈਂਦਾ ਵੀ ਹੈ, ਪਰਮਾਤਮਾ ਅੰਦਰ ਆਪਣੇ ਅਨੁਭਵ ਕਰ ਲੈਂਦਾ, ਫਿਰ ਕਹਿੰਦੇ ਉਹਦਾ ਦੁਬਾਰਾ ਜਨਮ ਨਹੀਂ ਹੁੰਦਾ ਹੈਗਾ। ਖੋਜ ਬੂਝ ਜੋ ਕਰੈ ਵਿਚਾਰਾ, ਤਉ ਪਵ ਜਲ ਤਰਤ ਨ ਲਾਵੈ ਬਾਰਾ। ਜਦੋਂ ਕਹਿੰਦੇ ਜੀਵ ਦੀ ਪਰਮਾਤਮਾ ਨਾਲ ਅੰਦਰ ਜਾਣ ਪਛਾਣ ਹੋ ਜਾਂਦੀ ਆ, ਫਿਰ ਕਹਿੰਦੇ ਉਹ ਇਸ ਸੰਸਾਰ ਸਾਗਰ ਤੋਂ ਤਰਨ ਲੱਗਿਆ ਉਹਨੂੰ ਇੱਕ ਪਲ ਨਹੀਂ ਲੱਗਦਾ ਹੈਗਾ, ਵੀ ਉਹ ਇਸ ਤਰ੍ਹਾਂ ਵਿਕਾਰਾਂ ਤੋਂ ਰਹਿਤ ਹੋ ਜਾਂਦਾ। ਸੱਸਾ ਸੋ ਸਹਿਸੇਜ ਸਵਾਰੈ, ਸੋਈ ਸਹੀ ਸੰਦੇਹ ਨਿਵਾਰੈ। ਕਹਿੰਦੇ ਜਿਹੜੀ ਜੀਵ ਇਸਤਰੀ ਆਪਣੇ ਅੰਦਰ ਜਿਹੜੀ ਹਿਰਦੇ ਰੂਪੀ ਸੇਜ ਆ ਉਹਨੂੰ ਵਿਕਾਰਾਂ ਵੱਲੋਂ ਸੰਵਾਰ ਲੈਂਦੀ ਆ ਪਰਮਾਤਮਾ ਦੇ ਲਈ ਟਿਕਣ ਦੇ ਲਈ, ਕਿ ਅੰਦਰ ਹਿਰਦੇ ਘਰ ਵਿੱਚ ਪਰਮਾਤਮਾ ਦਾ ਨਿਵਾਸ ਹੋ ਜਾਵੇ, ਕਹਿੰਦੇ ਉਹਦੇ ਸਾਰੇ ਭਰਮ ਖਤਮ ਹੋ ਜਾਂਦੇ ਨੇ। ਅਲਪ ਸੁਖ ਛਾੜ ਪਰਮ ਸੁਖ ਪਾਵਾ, ਤਬ ਇਹ ਤ੍ਰਿਐ ਉਹ ਕੰਤ ਕਹਾਵਾ। ਕਹਿੰਦੇ ਫਿਰ ਜਦੋਂ ਉਹ ਜੀਵ ਇਸਤਰੀ ਆਪਣੇ ਅੰਦਰੋਂ ਸਾਰੇ ਭਰਮ ਸੰਦੇਹ ਖਤਮ ਕਰ ਲੈਂਦੀ ਆ, ਫਿਰ ਕਹਿੰਦੇ ਜਿਹੜੇ ਉਹ ਇਹ ਸੰਸਾਰ ਦੇ ਛੋਟੇ ਜਿਹੇ ਬਹੁਤ ਛੇਤੀ ਖਤਮ ਹੋਣ ਵਾਲੇ ਸੁੱਖ ਨੇ, ਉਹਨਾਂ ਨੂੰ ਛੱਡ ਕੇ ਪਰਮ ਆਨੰਦ, ਉਹ ਪਰਮਾਤਮਾ ਦੀ ਪ੍ਰਾਪਤੀ ਦਾ ਉਹ ਸੁੱਖ ਪਾ ਲੈਂਦੀ ਆ। ਫਿਰ ਕਹਿੰਦੇ ਪਰਮਾਤਮਾ ਉਹਦਾ ਖਸਮ ਤੇ ਉਹ ਫਿਰ ਉਹਦੀ ਇਸਤਰੀ ਕਹਾਉਂਦੀ ਹੈ। ਹਾ ਹਾ ਹੋਤ ਹੋਏ ਨਹੀਂ ਜਾਣਾ, ਜਬ ਹੀ ਹੋਏ ਤਬ ਹੈ ਮਨ ਮਾਨਾ। ਕਹਿੰਦੇ ਪਰਮਾਤਮਾ ਹੈ, ਪਰ ਜੀਵ ਨੂੰ ਇਸ ਗੱਲ ਦਾ ਨਿਸ਼ਚਾ ਨਹੀਂ ਹੁੰਦਾ, ਭਰੋਸਾ ਨਹੀਂ ਬੱਝਦਾ। ਤੇ ਜਦੋਂ ਕਹਿੰਦੇ ਉਹਦਾ ਭਰੋਸਾ ਬੱਝ ਜਾਂਦਾ ਪਰਮਾਤਮਾ ਤੇ, ਫੇਰ ਹੀ ਕਹਿੰਦੇ ਉਹਦਾ ਮਨ ਪਰਮਾਤਮਾ 'ਚ ਭਿੱਜਦਾ। ਹੈ ਤੋ ਸਹੀ ਲਖੈ ਜੋ ਕੋਈ, ਤਬ ਉਹੀ ਉਹ ਇਹ ਨਾ ਹੋਈ। ਕਹਿੰਦੇ ਪਰਮਾਤਮਾ ਹੈ ਤੇ ਸਹੀ, ਪਰ ਹਰ ਇੱਕ ਜੀਵ ਨੂੰ ਉਹਦੇ ਤੇ ਉਸ ਤਰ੍ਹਾਂ ਦਾ ਭਰੋਸਾ ਨਹੀਂ ਬੱਝਦਾ ਜਿਵੇਂ ਦਿਸਦੀਆਂ ਚੀਜ਼ਾਂ ਤੇ ਭਰੋਸਾ ਬੱਝ ਜਾਂਦਾ। ਜਦੋਂ ਕਹਿੰਦੇ ਜੀਵ ਨੂੰ ਭਰੋਸਾ ਬੱਝ ਜਾਂਦਾ, ਫਿਰ ਜੀਵ ਦਾ ਆਪਾ ਭਾਵ ਖਤਮ ਹੋ ਜਾਂਦਾ, ਫਿਰ ਪਰਮਾਤਮਾ ਹੀ ਪਰਮਾਤਮਾ ਰਹਿ ਜਾਂਦਾ। ਲਿਉ ਲਿਉ ਕਰਤ ਫਿਰੈ ਸਭ ਲੋਗ, ਤਾ ਕਾਰਨ ਵਿਆਪੈ ਬਹੁ ਸੋਗ। ਕਹਿੰਦੇ ਸਾਰੇ ਜੀਵ ਜਗਤ ਦੇ ਲਾਲਚ ਵਸ ਮਾਇਆ ਦੇ ਪਿੱਛੇ ਭੱਜੇ ਫਿਰਦੇ ਨੇ, ਇਸ ਕਰਕੇ ਕਹਿੰਦੇ ਫਿਰ ਉਹਨਾਂ ਨੂੰ ਬਹੁਤ ਚਿੰਤਾ ਕਹਿੰਦੇ ਵਿਆਪਦੀਆਂ ਨੇ। ਲਖਮੀ ਬਰਸਿਉ ਜੋ ਲਿਓ ਲਾਵੈ, ਸੋਗ ਮਿਟੈ ਸਭ ਹੀ ਸੁਖ ਪਾਵੈ। ਲਖਮੀ ਵਰ ਕਹਿੰਦੇ ਨੇ ਪਰਮਾਤਮਾ ਨੂੰ, ਕਮਲਾਪਤੀ ਵੀ ਕਹਿੰਦੇ ਨੇ ਮਾਇਆ ਦਾ ਪਤੀ। ਕਹਿੰਦੇ ਜੋ ਲਖਮੀ ਦੇ ਪਤੀ ਮਾਇਆ ਦੇ ਪਤੀ ਦੇ ਨਾਲ ਪ੍ਰੀਤ ਪਰਮਾਤਮਾ ਦੇ ਨਾਲ ਪਾ ਲੈਂਦਾ, ਉਸ ਜੀਵ ਦੇ ਸਾਰੀਆਂ ਚਿੰਤਾ ਝੋਰੇ ਖਤਮ ਹੋ ਜਾਂਦੇ ਨੇ, ਉਹਨੂੰ ਸੁੱਖ ਮਿਲ ਜਾਂਦਾ। ਖੱਕਾ ਖਿਰਤ ਖਪਤ ਗਏ ਕੇਤੇ, ਖਿਰਤ ਖਪਤ ਅਜਹੂ ਨਹਿ ਚੇਤੇ।
ਕਹਿੰਦੇ ਇਸ ਤਰ੍ਹਾਂ ਮਾਇਆ ਦੇ ਪਿੱਛੇ ਭੱਜਦੇ ਭੱਜਦੇ ਬਹੁਤ ਜੀਵ ਆਪਣਾ ਜੀਵਨ ਇੱਥੋਂ ਖਤਮ ਕਰ ਗਏ ਨੇ। ਜਨਮ ਮਰਨ ਦੇ ਵਿੱਚ ਚੱਕਰ 'ਚ ਪਏ ਰਹਿੰਦੇ ਨੇ ਕਹਿੰਦੇ, ਪਰ ਕਹਿੰਦੇ ਉਹ ਅਜੇ ਤੱਕ ਪਰਮਾਤਮਾ ਨੂੰ ਯਾਦ ਨਹੀਂ ਕਰਦੇ ਹੈਗੇ। ਕਹਿੰਦੇ ਅਬ ਜਗ ਜਾਨ ਜੋ ਮਨਾ ਰਹੇ, ਜਹ ਕਾ ਵਿਛੜਾ ਤਹ ਥਿਰ ਲਹੇ। ਅਬ ਜਗ ਜਾਨ ਜੋ ਮਨਾ ਰਹੇ, ਜਹ ਕਾ ਵਿਛੜਾ ਤਹ ਥਿਰ ਲਹੇ। ਕਹਿੰਦੇ ਵੀ ਜਿਵੇਂ ਉਹ ਜਗਤ ਨੂੰ, ਕਿਉਂਕਿ ਹੁਣ ਜਗਤ ਨੂੰ ਸੱਚਾ ਸਮਝ ਕੇ ਕਹਿੰਦੇ ਵੀ ਇਸ ਤਰ੍ਹਾਂ ਜੀ ਰਹੇ ਨੇ। ਫਿਰ ਕਹਿੰਦੇ ਵੀ ਜਿਹਦੇ ਤੋਂ ਵਿਛੜੇ ਹੋਏ ਨੇ, ਜਦੋਂ ਉਹਨੂੰ ਮਿਲ ਜਾਣਗੇ ਫਿਰ ਥਿਰ ਰਹਿ ਸਕਦੇ ਨੇ। ਫਿਰ ਇਹ ਜਨਮ ਮਰਨ ਦਾ ਚੱਕਰ ਖਤਮ ਹੋ ਸਕਦਾ, ਜਦੋਂ ਜਿਸ ਪਰਮਾਤਮਾ ਤੋਂ ਵਿਛੜੇ ਨੇ ਉਹਦੇ ਨਾਲ ਮੇਲ ਹੋ ਜਾਂਦਾ। ਜਦੋਂ 52 ਅੱਖਰ ਜੋਰੇ ਆਨ, ਸਕਿਆ ਨ ਅੱਖਰ ਏਕ ਪਛਾਨ। ਕਹਿੰਦੇ ਪੰਡਿਤ ਲੋਕਾਂ ਨੇ ਇਹ 52 ਅੱਖਰਾਂ ਦੀ ਕਹਿੰਦੇ ਮੁਹਾਰਨੀ ਤਾਂ ਜੋੜ ਲਈ ਆ, ਇਹ ਪਰ ਹੋਰ ਭਾਵਾਂ ਲਈ ਜੋੜੀ ਆ। ਕਹਿੰਦੇ ਇਹਨਾਂ ਅੱਖਰਾਂ ਦੇ ਸਿਰ ਤੇ ਉਸ ਇੱਕ ਅਵਿਨਾਸ਼ੀ ਪਰਮਾਤਮਾ ਨੂੰ ਨਹੀਂ ਪਛਾਣ ਸਕੇ ਬ੍ਰਾਹਮਣ। ਕਹਿੰਦੇ 52 ਅੱਖਰੀ ਦੀ ਮੁਹਾਰਨੀ ਜੋੜੀ ਆ, ਪਰ ਹੋਰ ਭਾਵਾਂ ਲਈ, ਵੀ ਉਸ ਇੱਕ ਪਰਮਾਤਮਾ ਨੂੰ ਨਹੀਂ ਪਛਾਣ ਸਕੇ। ਕਈ ਦਫਾ ਮਨ ਦੇ ਵਿੱਚ ਖਿਆਲ ਆਉਂਦਾ ਕਿ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਓਂਕਾਰ ਕਿਸ ਤਰ੍ਹਾਂ ਆਪਾਂ ਨੂੰ ਰੱਬ ਦੀ ਮਤਲਬ ਨਿਸ਼ਾਨੀ ਦਿੱਤੀ ਆ। ਕਿਤੇ ਵੀ ਮਤਲਬ ਇਸ ਤਰ੍ਹਾਂ ਦੀ ਉਦਾਹਰਨ ਨਹੀਂ ਮਿਲਦੀ ਜਿੱਥੇ ਕਿਸੇ ਨੇ ਇੱਕ ਸੰਖਿਆ ਲੈ ਕੇ ਤੇ ਇੱਕ ਅੱਖਰ ਲੈ ਕੇ ਇੱਕ ਸ਼ਬਦ ਬਣਾਇਆ ਹੋਵੇ। ਇਹ ਗੁਰੂ ਨਾਨਕ ਪਾਤਸ਼ਾਹ ਨੇ ਕੀਤਾ, ਏਕਾ ਲੈ ਕੇ ਤੇ ਊੜਾ ਲੈ ਕੇ, ਉਹ ਵੀ ਖੁੱਲੇ ਮੂੰਹ ਵਾਲਾ ਊੜਾ, ਇੱਕ ਹੀ ਓਂਕਾਰ। ਜਦੋਂ ਆਪਾਂ ਦੇਖਦੇ ਹਾਂ ਸਾਡਾ ਖਿਆਲ ਰੱਬ ਵੱਲ ਚਲੇ ਜਾਂਦਾ ਉਦੋਂ ਹੀ। ਵਾਹਿਗੁਰੂ ਜੀ, ਵਾਹਿਗੁਰੂ। ਸਤ ਕਾ ਸ਼ਬਦ ਕਬੀਰਾ ਕਹੇ, ਪੰਡਿਤ ਹੋਏ ਸੋ ਅਨਪੈ ਰਹੇ। ਪੰਡਿਤ ਲੋਗੈ ਕਉ ਬਿਵਹਾਰ, ਗਿਆਨਵੰਤ ਕਉ ਤਤ ਵਿਚਾਰ। ਜਾਕੈ ਜੀ ਜੈਸੀ ਬੁੱਧ ਹੋਈ, ਕਹੇ ਕਬੀਰ ਜਾਣੈਗਾ ਸੋਈ। ਕਹਿੰਦੇ ਕਬੀਰ ਜੀ ਨੇ ਜਿਹੜੀ ਇਹ 52 ਅੱਖਰੀ ਦੀ ਬਾਣੀ ਉਚਾਰੀ ਆ, ਕਹਿੰਦੇ ਕਬੀਰ ਨੇ ਆਪਣੇ ਵੱਲੋਂ ਇਹ ਸਾਰਾ ਸੱਚ ਕਿਹਾ। ਕਹਿੰਦੇ ਪਰ ਜਿਵੇਂ ਦੀ ਕਿਸੇ ਦੀ ਅਕਲ ਹੋਊਗੀ, ਉਹ ਉਸ ਤਰ੍ਹਾਂ ਦੀ ਸਮਝ ਇਸ 52 ਅੱਖਰੀ ਬਾਣੀ ਚੋਂ ਲੈਣਗੇ। ਜਿਵੇਂ ਕਹਿੰਦੇ ਪੰਡਿਤ ਲੋਕ ਨੇ, ਉਹ ਕਹਿੰਦੇ ਉਹਨਾਂ ਨੇ ਇਸ ਬਾਣੀ ਨੂੰ ਹੋਰ ਵਿਵਹਾਰ ਲਈ ਵਰਤਣਾ, ਇਹਦੇ ਵਿੱਚੋਂ ਹੋਰ ਅਰਥ ਕੱਢਣੇ ਨੇ। ਕਹਿੰਦੇ ਪਰ ਪੰਡਿਤ ਅਸਲ ਦੇ ਵਿੱਚ ਉਹੀ ਆ ਜੋ ਕਹਿੰਦੇ ਉਸ ਪਰਮਾਤਮਾ ਦਾ ਅਨੁਭਵ ਕਰ ਲੈਂਦਾ ਤੇ ਫਿਰ ਨਿਡਰ ਰਹਿੰਦਾ। ਪਰ ਕਹਿੰਦੇ ਇਹ ਹਰ ਇੱਕ ਦੀ ਆਪਣੀ ਆਪਣੀ, ਕਹਿੰਦੇ ਮੈਂ ਬਾਣੀ ਕਿਸੇ ਨੂੰ ਨੀਚਾ ਦਿਖਾਉਣ ਲਈ ਨਹੀਂ ਕਹੀ ਹੈਗੀ ਉਚਰੀ, ਪਰ ਇਹ ਸਿਰਫ ਸਮਝਾਉਣ ਦੀ ਖਾਤਰ ਸੱਚ ਨੂੰ। ਪਰ ਕਹਿੰਦੇ ਇਹਦੇ ਵਿੱਚੋਂ ਹਰ ਇੱਕ ਨੇ ਆਪਣੇ ਆਪਣੇ ਹਿਸਾਬ ਦੇ ਨਾਲ ਸਿੱਖਿਆ ਲੈਣੀ ਆ, ਜਾਂ ਇਹਨੂੰ ਆਪਣੇ ਹਿਸਾਬ ਨਾਲ ਹੀ ਵਰਤਣਾ ਹੈ। ਕਹਿੰਦੇ ਜਾ ਕੇ ਜੀ ਜੈਸੀ ਬੁੱਧ ਹੋਏ, ਕਹੇ ਕਬੀਰ ਜਾਣੇਗਾ ਸੋਈ। ਵੀ ਕਬੀਰ ਜੀ ਕਹਿੰਦੇ ਨੇ ਵੀ ਜਿਵੇਂ ਜਿਵੇਂ ਦੀ ਕਹਿੰਦੇ ਹਰ ਇੱਕ ਦੀ ਬੁੱਧੀ ਆ, ਉਹਨਾਂ ਨੇ ਇਸ ਬਾਣੀ ਦੇ ਵਿੱਚੋਂ ਉਸ ਤਰ੍ਹਾਂ ਦੀ ਸਿੱਖਿਆ ਲੈਣੀ ਆ। ਜਿਹੜੇ ਕਹਿੰਦੇ ਗਿਆਨੀ ਹੋਣਗੇ ਉਹ ਇਹਦੇ ਵਿੱਚੋਂ ਤੱਤ ਦੀ ਵਿਚਾਰ ਕਰਨਗੇ, ਅਸਲੀਅਤ ਦੀ, ਪਰ ਪੰਡਿਤ ਕਿਸੇ ਹੋਰ ਵਿਵਹਾਰ ਲਈ ਵਰਤਣਗੇ। ਵਾਹਿਗੁਰੂ ਜੀ, ਵਾਹਿਗੁਰੂ ਜੀ, ਸੱਚੇ ਪਾਤਸ਼ਾਹ ਜੀ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਰਾਗ ਗੌੜੀ ਥਿੰਤੀ ਕਬੀਰ ਜੀ ਕੀ। ਹੁਣ ਇਹ ਕਬੀਰ ਜੀ ਦੀ ਬਾਣੀ ਹੈ, ਇਹਦਾ ਸਿਰਲੇਖ ਹੈ ਥਿੱਤੀ, ਜਿਹੜੀ ਚੰਦਰਮਾ ਦੇ ਜਿਹੜੇ 15 ਦਿਨ ਹੁੰਦਾ ਉਹਨਾਂ ਦੇ ਅਨੁਸਾਰ ਲਿਖੀ ਹੋਈ ਹੈ ਜੀ। ਸ਼ਲੋਕ 15 ਥਿੱਤੀ 7 ਵਾਰ, 15 ਤਿੱਥਾਂ ਤੇ 7 ਵਾਰ। ਕਹੇ ਕਬੀਰ ਉਰਵਾਰ ਨਾ ਪਾਰ। ਕਹਿੰਦੇ ਵੀ ਜਿਹੜੀਆਂ ਇਹ 15 ਤਿੱਥੀਆਂ ਬਣੀਆਂ ਹੋਈਆਂ ਨੇ ਚੰਦਰਮਾ ਦੇ ਹਿਸਾਬ ਨਾਲ, 7 ਵਾਰ ਨੇ ਕਹਿੰਦੇ, ਪਰ ਕਹਿੰਦੇ ਕਿਸੇ ਵੀ ਤਰ੍ਹਾਂ ਦੇ ਨਾਲ ਅਸੀਂ ਪਰਮਾਤਮਾ ਦਾ ਪਾਰ ਨਹੀਂ ਪਾ ਸਕਦੇ। ਉਸ ਪਰਮਾਤਮਾ ਦਾ ਨਾਮ ਸਿਮਰੋ, ਪਰ ਅਸੀਂ ਉਹਦੇ ਗੁਣਾਂ ਦਾ ਅੰਤ ਨਹੀਂ ਪਾ ਸਕਦੇ।
ਸਾਧਕ ਸਿੱਧ ਲਖੈ ਜੋ ਪਿਓ, ਆਪੇ ਕਰਤਾ ਆਪੇ ਦਿਓ। ਕਹਿੰਦੇ ਜਿਹੜੇ ਜੀਵ ਉਸ ਪਰਮਾਤਮਾ ਦੀ ਪ੍ਰਾਪਤੀ ਦੀ ਖੋਜ ਵਿੱਚ ਲੱਗੇ ਹੋਏ ਨੇ, ਤਾਂ ਜਿਨ੍ਹਾਂ ਨੇ ਕਹਿੰਦੇ ਸਿੱਧ ਪਾ ਲਈ ਹੈ, ਜਿਨ੍ਹਾਂ ਨੂੰ ਪਰਮਾਤਮਾ ਦਾ ਅਨੁਭਵ ਹੋ ਗਿਆ, ਕਹਿੰਦੇ ਉਹ ਸਭ ਜਾਣਦੇ ਨੇ ਕਿ ਵੀ ਇਹ ਸਾਰੀਆਂ ਥਿਤੀਆਂ, ਵਾਰ, ਸਮਾਂ, ਵਕਤ, ਇਹਨੂੰ ਸਭ ਕੁਝ ਕਰਨ ਵਾਲਾ ਉਹ ਪਰਮਾਤਮਾ ਹੈ। ਥਿਤੀ ਅਮਾਵਸ ਮਹਿ ਆਸ ਨਿਵਾਰੋ, ਅੰਤਰ ਜਾਮੀ ਰਾਮ ਸਮਾਰੋ। ਕਹਿੰਦੇ ਮੱਸਿਆ ਦੀ ਥਿਤ ਇਹੀ ਸਮਝਾਉਂਦੀ ਹੈ ਕਿ ਆਪਣੇ ਅੰਦਰੋਂ ਆਸਾ ਤ੍ਰਿਸ਼ਨਾ ਖਤਮ ਕਰ ਦਿਓ ਅਤੇ ਉਸ ਪਰਮਾਤਮਾ ਨੂੰ ਜੋ ਅੰਤਰਜਾਮੀ ਹੈ, ਜੋ ਸਾਡੇ ਅੰਦਰ ਦੀ ਜਾਣਨ ਵਾਲਾ ਹੈ, ਉਹਦਾ ਨਾਮ ਸਿਮਰੋ। ਜੀਵਤ ਪਾਵੋ ਮੋਖ ਦੁਆਰ, ਅਨਪਉ ਸ਼ਬਦ ਤਤ ਨਿਜ ਸਾਰ। ਕਹਿੰਦੇ ਉਸ ਪਰਮਾਤਮਾ ਦਾ ਨਾਮ ਜਪਣ ਦਾ ਸ਼ਬਦ, ਕਹਿੰਦੇ ਜਿਸ ਜੀਵ ਨੇ ਕਹਿੰਦੇ ਆਪਣੇ ਅੰਤਰ ਆਤਮੇ ਉਸ ਤੱਤ ਨੂੰ ਸਮਝ ਲਿਆ, ਪਰਮਾਤਮਾ ਤੇ ਜਿਹਦਾ ਕਹਿੰਦੇ ਵੀ ਨਿਸ਼ਚਾ ਪੱਕਾ ਹੋ ਗਿਆ, ਪਰਮਾਤਮਾ ਨਾਲ ਜਿਹਦੀ ਸੁਰਤ ਲੱਗ ਗਈ, ਕਹਿੰਦੇ ਉਸ ਜੀਵ ਨੇ ਕਹਿੰਦੇ ਜੀਵਦਿਆਂ ਮੁਕਤੀ ਪਾ ਲੈਣੀ ਹੈ। ਜੀਵਦਿਆਂ ਮੁਕਤੀ, ਵਿਕਾਰਾਂ ਤੋਂ ਮੁਕਤੀ, ਮਾਇਆ ਤੋਂ ਮੁਕਤੀ, ਇਹ ਜੀਵਦਿਆਂ ਮੁਕਤੀ ਆ। ਚਰਨ ਕਮਲ ਗੋਬਿੰਦ ਰੰਗ ਲਾਗਾ, ਸੰਤ ਪ੍ਰਸਾਦ ਭਏ ਮਨ ਨਿਰਮਲ, ਹਰ ਕੀਰਤਨ ਮਹਿ ਅਨ ਦਿਨ ਜਾਗਾ ਰਹਾਓ। ਕਹਿੰਦੇ ਜਿਸ ਜੀਵ ਦਾ ਪ੍ਰੇਮ ਪਰਮਾਤਮਾ ਦੇ ਕਮਲਾਂ ਵਰਗੇ ਚਰਨਾਂ ਦੇ ਨਾਲ ਲੱਗ ਗਿਆ, ਕਹਿੰਦੇ ਸੰਤ ਦੀ ਕਿਰਪਾ ਦੇ ਨਾਲ ਉਹਦਾ ਮਨ ਨਿਰਮਲ ਹੋ ਜਾਂਦਾ। ਕਹਿੰਦੇ ਉਹ ਪਰਮਾਤਮਾ ਦੀ ਸਿਫਤ ਸਲਾਹ ਕਰਦਾ, ਫਿਰ ਕਹਿੰਦੇ ਉਹ ਹਰ ਵਕਤ ਮਾਇਆ ਦੇ ਹੱਲਿਆਂ ਤੋਂ, ਵਿਕਾਰਾਂ ਤੋਂ ਸੁਚੇਤ ਰਹਿੰਦਾ ਹੈ। ਪਰਵਾ ਪ੍ਰੀਤਮ ਕਰੋ ਵਿਚਾਰ, ਘਟ ਮਹਿ ਖੇਲੈ ਅਕਟ ਅਪਾਰ। ਕਹਿੰਦੇ ਜਿਹੜੀ ਇਹ 15 ਥਿਤੀਆਂ ਨੇ, ਪਹਿਲੀ ਥਿਤੀ ਉਹ ਇਹ ਕਹਿ ਰਹੀ ਆ ਕਿ ਉਸ ਪਰਮਾਤਮਾ ਦੇ ਗੁਣ ਗਾਓ। ਕਹਿੰਦੇ ਇਸ ਸਰੀਰ ਦੇ ਵਿੱਚ ਕਹਿੰਦੇ ਉਹ ਪਰਮਾਤਮਾ ਵਸ ਰਿਹਾ ਹੈ, ਪਰ ਉਹ ਸਰੀਰ ਦੇ ਵਿੱਚ ਕੈਦ ਨਹੀਂ ਹੈ, ਉਹ ਸਾਰੀ ਜਗ੍ਹਾ 'ਤੇ ਪਸਰਿਆ ਹੋਇਆ ਅਤੇ ਇਸ ਸਰੀਰ ਦੇ ਵਿੱਚ ਵੀ ਹੈ। ਕਾਲ ਕਲਪਨਾ ਕਦੇ ਨ ਖਾਏ, ਆਦ ਪੁਰਖ ਮਹਿ ਰਹੇ ਸਮਾਏ। ਕਹਿੰਦੇ ਜਿਹੜੇ ਜੀਵ ਦੀ ਸੁਰਤ ਪਰਮਾਤਮਾ ਦੇ ਚਰਨਾਂ ਨਾਲ ਜੁੜੀ ਰਹਿੰਦੀ ਆ, ਪਰਮਾਤਮਾ ਦਾ ਨਾਮ ਜਪਦਾ, ਉਹਨੂੰ ਕਹਿੰਦੇ ਕਦੇ ਮੌਤ ਦੀ ਸੋਚ ਤੰਗ ਨਹੀਂ ਕਰਦੀ, ਉਹਨੂੰ ਕਦੇ ਕਹਿੰਦੇ ਵੀ ਮੌਤ ਦਾ ਖਿਆਲ ਉਹਨੂੰ ਸਤਾਉਂਦਾ ਨਹੀਂ ਹੈਗਾ। ਦੁਤੀਆ ਦੁਹਿ ਕਰ ਜਾਣੈ ਅੰਗ, ਮਾਇਆ ਬ੍ਰਹਮ ਰਮੈ ਸਭ ਅਸੰਗ। ਦੁਤੀਆ ਦੁਹਿ ਕਰ ਜਾਣੈ ਅੰਗ, ਮਾਇਆ ਬ੍ਰਹਮ ਰਮੈ ਸਭ ਸੰਗ। ਕਹਿੰਦੇ ਦੂਜੀ ਥਿਤ ਕਹਿ ਰਹੀ ਆ ਵੀ ਜੋ ਪਰਮਾਤਮਾ ਨੂੰ ਅੰਗ ਸੰਗ ਜਾਣਦਾ, ਉਹ ਇਸ ਗੱਲ ਨੂੰ ਵੀ ਸਮਝ ਲੈਂਦਾ ਕਿ ਮਾਇਆ ਤੇ ਪਰਮਾਤਮਾ ਹਰ ਇੱਕ ਜਗ੍ਹਾ 'ਤੇ ਹੀ ਵਿਆਪਕ ਹੈ। ਨਾ ਉਹ ਬੜੇ ਨ ਘਟਤਾ ਜਾਏ, ਅਕੁਲ ਨਿਰੰਜਨ ਏਕੈ ਪਾਏ। ਕਹਿੰਦੇ ਉਹ ਪਰਮਾਤਮਾ ਜਿਹਦੀ ਕੋਈ ਕੁੱਲ ਨਹੀਂ, ਜੋ ਮਾਇਆ ਤੋਂ ਨਿਰਲੇਪ ਆ, ਉਹ ਕਹਿੰਦੇ ਕਦੇ ਵੱਧਦਾ ਘਟਦਾ ਨਹੀਂ, ਉਹ ਹਰ ਇੱਕ ਜਗ੍ਹਾ 'ਤੇ ਇਕਸਾਰ ਵਿਆਪਕ ਹੈ। ਤ੍ਰਿਤੀਆ ਤੀਨੈ ਸਮ ਕਰ ਲਿਆਵੈ, ਆਨੰਦ ਮੂਲ ਪਰਮ ਪਦ ਪਾਵੈ। ਕਹਿੰਦੇ ਤੀਜੀ ਥਿਤ ਦੱਸ ਰਹੀ ਆ ਵੀ ਜਿਹੜਾ ਜੀਵ ਇਹ ਮਾਇਆ ਦੇ ਤਿੰਨੋਂ ਗੁਣ ਰਜੋ ਸਤੋ ਤਮੋ ਅਤੇ ਇਹਨਾਂ ਦੇ ਵਿੱਚੋਂ ਕਹਿੰਦੇ ਇਕਸਾਰ ਮਤਲਬ ਵਰਤਦਾ ਹੈ, ਵੀ ਇਹਨਾਂ ਦਾ ਉਹਦੇ 'ਤੇ ਕੋਈ ਪ੍ਰਭਾਵ ਨਹੀਂ ਪੈਂਦਾ, ਉਹ ਕਹਿੰਦੇ ਉਸ ਪਰਮਾਤਮਾ ਨੂੰ ਪਾ ਲੈਂਦਾ ਹੈ ਅਤੇ ਚੌਥੀ ਅਵਸਥਾ ਪਾ ਲੈਂਦਾ ਹੈ, ਸਭ ਤੋਂ ਉੱਚੀ ਆਨੰਦ ਦੀ ਅਵਸਥਾ, ਕਿਉਂਕਿ ਉਹਦੇ ਮਾਇਆ ਦਾ ਪ੍ਰਭਾਵ ਨਹੀਂ ਰਹਿੰਦਾ। ਸਾਧ ਸੰਗਤ ਉਪਜੈ ਵਿਸਵਾਸ, ਬਾਹਰ ਭੀਤਰ ਸਦਾ ਪ੍ਰਗਾਸ। ਕਹਿੰਦੇ ਸਾਧ ਦੀ ਸੰਗਤ ਦੇ ਵਿੱਚ ਜੀਵ ਦੇ ਅੰਦਰ ਇਹ ਵਿਸ਼ਵਾਸ ਪੈਦਾ ਹੁੰਦਾ, ਉਹਨੂੰ ਭਰੋਸਾ ਬੱਝਦਾ ਕਿ ਅੰਦਰ ਵੀ
ਤੇ ਬਾਹਰ ਵੀ ਉਸ ਪਰਮਾਤਮਾ ਦਾ ਹੀ ਪ੍ਰਕਾਸ਼ ਹੈ। ਚੌਥੇ, ਚੰਚਲ ਮਨ ਕੋ ਗਹੋ, ਕਾਮ ਕ੍ਰੋਧ ਸੰਗ ਕਭੂ ਨ ਬਹੋ। ਕਹਿੰਦੇ ਚੌਥੀ ਤਿੱਤ ਦੱਸ ਰਹੀ ਆ ਕਿ ਆਪਣਾ ਜਿਹੜਾ ਇਹ ਚੰਚਲ ਮਨ ਆ ਉਹਨੂੰ ਕਹਿੰਦੇ ਆਪਣੇ ਵਸ ਵਿੱਚ ਰੱਖੋ, ਤੇ ਕਾਮ ਕ੍ਰੋਧ ਇਸ ਤਰ੍ਹਾਂ ਦੇ ਜਿਹੜੇ ਵਿਕਾਰ ਨੇ ਉਹਨਾਂ ਤੋਂ ਬਿਲਕੁਲ ਪਾਸਾ ਕਰ ਲਓ, ਕਿਨਾਰਾ ਕਰ ਲਓ। ਕਹਿੰਦੇ ਜਲ ਥਲ ਮਾਹੇ ਆਪੇ ਆਪ, ਆਪੈ ਜਪੋ ਆਪ ਨਾ ਜਾਪ। ਕਹਿੰਦੇ ਪਰਮਾਤਮਾ ਜਲ ਵਿੱਚ, ਥਲ ਵਿੱਚ, ਹਰ ਇੱਕ ਜਗ੍ਹਾ ਤੇ ਵਿਆਪਕ ਆ। ਜੀਵਾਂ ਦੇ ਵਿੱਚ ਵਿਆਪਕ ਹੋ ਕੇ ਕਹਿੰਦੇ ਆਪਣਾ ਨਾਮ ਵੀ ਆਪ ਜਪ ਰਿਹਾ। ਪੰਚੇ ਪੰਚ ਤਤ ਵਿਸਥਾਰ, ਕਨਕ ਕਾਮਨੀ ਜੁਗ ਬਿਵਹਾਰ। ਕਹਿੰਦੇ ਇਸ ਸੰਸਾਰ ਵਿੱਚ ਪੰਜਾਂ ਤੱਤਾਂ ਦਾ ਜੀਵ ਦਾ ਵਿਸਤਾਰ ਹੋਇਆ। ਕਹਿੰਦੇ ਪਰ ਇਹ ਜੀਵ ਹਰ ਇੱਕ ਯੁੱਗ ਦੇ ਵਿੱਚ ਕਨਕ ਕਾਮਨੀ, ਕਹਿੰਦੇ ਧਨ ਦੌਲਤ ਤੇ ਇਸਤਰੀ ਦੇ ਵਿੱਚ ਜ਼ਿਆਦਾ ਗਲਤਾਨ ਹੋਇਆ। ਪ੍ਰੇਮ ਸੁਦਾ ਰਸ ਪੀਵੈ ਕੋਏ, ਜਰਾ ਮਰਨ ਦੁੱਖ ਫੇਰ ਨਾ ਹੋਏ। ਕਹਿੰਦੇ ਪਰਮਾਤਮਾ ਦੇ ਪ੍ਰੇਮ ਦਾ ਰਸ ਕੋਈ ਪੀਂਦਾ। ਕਹਿੰਦੇ ਜਿਹੜਾ ਉਹ ਪ੍ਰੇਮ ਰਸ ਚੱਖ ਲੈਂਦਾ, ਨਾਮ ਰਸ ਪਰਮਾਤਮਾ ਦਾ, ਉਹਨਾਂ ਨੂੰ ਕਹਿੰਦੇ ਜੰਮਣ ਮਰਨ ਦਾ, ਬੁਢਾਪੇ ਦਾ, ਇੱਦਾਂ ਦੇ ਦੁੱਖ ਕਹਿੰਦੇ ਫਿਰ ਉਹਨਾਂ ਨੂੰ ਕਦੇ ਨਹੀਂ ਹੁੰਦੇ ਹੈਗੇ, ਕਿਉਂਕਿ ਉਹਨਾਂ ਦੇ ਅੰਦਰ ਆਨੰਦ ਦੀ ਅਵਸਥਾ ਪੈਦਾ ਹੋ ਜਾਂਦੀ ਆ। ਛਟ ਖਟ ਚੱਕਰ ਛਹੁ ਦਿਸ ਤਾਏ, ਬਿਨ ਪਰਚੇ ਨਹੀਂ ਤੇਰਾ ਰਹਾਏ। ਕਹਿੰਦੇ ਜਿਸ ਤਰ੍ਹਾਂ ਜੀਵ ਦੇ ਕਹਿੰਦੇ ਵੀ ਪੰਜੇ ਜਿਹੜੇ ਹੈਗੇ ਨੇ ਗਿਆਨ ਇੰਦਰੇ ਤੇ ਛੇਵਾਂ ਮਨ, ਕਹਿੰਦੇ ਜਦੋਂ ਤੱਕ ਕਹਿੰਦੇ ਜੀਵ ਦਾ ਪਰਚਾ ਉਸ ਪਰਮਾਤਮਾ ਨਾਲ ਨਹੀਂ ਪੈ ਜਾਂਦਾ, ਜੀਵ ਦਾ ਮਨ ਪਰਮਾਤਮਾ ਵਿੱਚ ਨਹੀਂ ਪਰਚ ਜਾਂਦਾ, ਕਹਿੰਦੇ ਉਦੋਂ ਤੱਕ ਕਹਿੰਦੇ ਜੀਵ ਦਾ ਮਨ ਗਿਆਨ ਇੰਦਰੀਆਂ ਦੇ ਨਾਲ ਕਹਿੰਦੇ 10 ਦਿਸ਼ਾ ਵਿੱਚ ਭੱਜਿਆ ਫਿਰਦਾ, ਕਹਿੰਦੇ ਚੰਚਲ ਰਹਿੰਦਾ, ਸਥਿਰ ਨਹੀਂ ਹੁੰਦਾ, ਜਦੋਂ ਤੱਕ ਜੀਵ ਦੀ ਪਹਿਚਾਣ ਪਰਮਾਤਮਾ ਨਾਲ ਨਹੀਂ ਹੋ ਜਾਂਦੀ। ਦੁਬਿਧਾ ਮੇਟ ਖਿਮਾ ਗਹਿ ਰਹੋ, ਕਰਮ ਧਰਮ ਕੀ ਸੂਲ ਨ ਸਹੋ। ਕਹਿੰਦੇ ਜਦੋਂ ਜੀਵ ਦੇ ਅੰਦਰੋਂ ਦੁਬਿਧਾ ਖਤਮ ਹੋ ਜਾਂਦੀ ਆ, ਦੁਚਿੱਤੀ ਕਿ ਪਰਮਾਤਮਾ ਤੇ ਮੈਂ ਦੋ ਚੀਜ਼ਾਂ ਹਾਂ, ਤੇ ਨਿਮਰਤਾ ਦੇ ਵਿੱਚ ਰਹਿੰਦਾ ਹੈ ਜੀਵ, ਜਦੋਂ ਅੰਦਰੋਂ ਦੁਬਿਧਾ ਖਤਮ ਹੋ ਜਾਂਦੀ ਆ ਤੇ ਨਿਮਰਤਾ ਆ ਜਾਂਦੀ ਆ, ਫਿਰ ਕਹਿੰਦੇ ਉਹਨੂੰ ਤੂੰ ਇਸ ਤਰ੍ਹਾਂ ਦੇ ਜਿਹੜੇ ਹੁੰਦੇ ਨੇ ਨਾ ਪਾਪ ਪੁੰਨ ਦੇ ਕਰਮਾਂ ਦੀ, ਇਹਨਾਂ ਚੱਕਰਾਂ 'ਚੋਂ ਨਿਕਲ ਜਾਂਦਾ। ਫਿਰ ਕਹਿੰਦੇ ਵੀ ਇਹ ਕਰਮ ਪਾਪ ਆ, ਇਹ ਕਰਮ ਪੁੰਨ ਆ, ਫਿਰ ਇਹਨਾਂ ਚੱਕਰਾਂ 'ਚੋਂ ਨਿਕਲ ਜਾਂਦਾ। ਜਿਵੇਂ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਵੇਦ ਸੀ ਬਹੁਤੀ ਪਾਪ ਪੁੰਨ ਦੀ ਗੱਲ ਕਰਦੇ ਸੀਗੇ। ਸਾਂਤੇ ਸਤਿਕਰ ਬਾਚਾ ਜਾਣ, ਆਤਮ ਰਾਮ ਲਿਹੋ ਪਰਵਾਣ। ਕਹਿੰਦੇ ਸੱਤਵੀਂ ਥਿੱਤ ਨੂੰ ਜਿਹੜਾ ਜੀਵ ਗੁਰੂ ਦਾ ਬਚਨ ਨੂੰ ਸੱਚ ਕਰਕੇ ਜਾਣਦਾ, ਗੁਰੂ ਦੇ ਉਪਦੇਸ਼ ਨੂੰ ਸੱਚ ਕਰਕੇ ਜਾਣਦਾ, ਉਹ ਕਹਿੰਦੇ ਆਪਣੇ ਅੰਦਰ ਉਸ ਆਤਮ ਰਾਮ ਨੂੰ ਪਹਿਚਾਣ ਲੈਂਦਾ, ਉਹਦੇ ਤੇ ਭਰੋਸਾ ਪਰਮਾਤਮਾ ਤੇ ਜੀਵ ਦਾ ਵੱਧ ਜਾਂਦਾ। ਛੂਟੈ ਸੰਸਾ ਮਿਟ ਜਾਏ ਦੁੱਖ, ਸੁਨ ਸਰੋਵਰ ਪਾਵੋ ਸੁਖ। ਕਹਿੰਦੇ ਜਦੋਂ ਜੀਵ ਦੇ ਅੰਦਰੋਂ ਦੁਬਿਧਾ, ਦੁਤੀਆ ਭਾਵ, ਇਹ ਸਭ ਕੁਝ ਖਤਮ ਹੋ ਜਾਂਦਾ, ਇਹ ਦੁੱਖ ਖਤਮ ਹੋ ਜਾਂਦੇ ਨੇ, ਫਿਰ ਉਹ ਕਹਿੰਦੇ ਵਿਕਾਰ ਰਹਿਤ ਤੇ ਵਿਚਾਰ ਰਹਿਤ ਹੋ ਜਾਂਦਾ। ਉਹ ਇੱਕ ਸੁੰਨ ਸਮਾਧ ਦੇ ਸਰੋਵਰ ਦੇ ਵਿੱਚ ਪਹੁੰਚ ਜਾਂਦਾ, ਜਿੱਥੇ ਉਹਨੂੰ ਸੁੱਖ ਹੀ ਸੁੱਖ ਮਿਲਦਾ। ਇਹ ਮਤਲਬ ਸਰੋਵਰ ਕਹਿ ਰਹੇ ਨੇ, ਪਰ ਇਹ ਅਵਸਥਾ ਅੰਦਰਲੀ, ਉਹ ਮਨ ਦੀ ਅਵਸਥਾ ਜਿੱਥੇ ਵਿਕਾਰ ਨਹੀਂ ਪਾਉਂਦੇ, ਜਿੱਥੇ ਹਉਮੈ ਨਹੀਂ ਪਾਉਂਦੀ, ਜਿੱਥੇ ਵਿਚਾਰ ਨਹੀਂ ਪਾਉਂਦੇ, ਇੱਕ ਮਤਲਬ ਠਹਿਰਾਅ ਵਾਲੀ ਅਵਸਥਾ ਮਨ 'ਚ ਆ ਜਾਂਦੀ ਆ, ਉੱਥੇ ਫਿਰ ਕਹਿੰਦੇ ਸੁੱਖ ਹੀ ਸੁੱਖ। ਅਸ਼ਟਮੀ ਅਸ਼ਟ ਤਾਤ ਕੀ ਕਾਇਆ, ਤਾਂ ਮਹਿ ਅਕੁਲ ਮਹਾ ਨਿਦਰਾਇਆ। ਕਹਿੰਦੇ ਜਿਹੜੀ ਜੀਵ ਦਾ ਇਹ ਸਰੀਰ ਆ 8 ਤਾਤਾਂ ਦਾ ਬਣਿਆ ਹੋਇਆ, ਇਹਦੇ ਵਿੱਚ ਕੁੱਲ ਰਹਿਤ ਪਰਮਾਤਮਾ ਜੋ ਸਾਰੀਆਂ ਨਿਧੀਆਂ ਦਾ ਖਜ਼ਾਨਾ ਹੈ, ਕਹਿੰਦੇ ਉਹ ਰਹਿ ਰਿਹਾ ਹੈ।
ਗੁਰਗਮ ਗਿਆਨ ਬਤਾਵੈ ਭੇਦ, ਉਲਟਾ ਰਹੇ ਅਪੰਗ ਅਛੇਦ। ਫਿਰ ਕਹਿੰਦੇ ਜਦੋਂ ਜੀਵ ਪਰਮਾਤਮਾ ਬਾਰੇ ਇਹ ਭੇਦ ਉਸ ਪੂਰੇ ਗੁਰੂ ਤੋਂ ਜਾਣ ਲੈਂਦਾ ਕਿ ਪਰਮਾਤਮਾ ਤੇਰੇ ਅੰਦਰ ਹੀ ਹੈ, ਤਾਂ ਫਿਰ ਕਹਿੰਦੇ ਜੀਵ ਦੁਨੀਆ ਵੱਲੋਂ ਉਲਟ ਜਾਂਦਾ, ਫਿਰ ਉਹ ਪਰਮਾਤਮਾ ਵੱਲ ਪਰਤਦਾ। ਜੇ ਕਹਿੰਦੇ ਉਹ ਗੁਰੂ ਦੀ ਸਿੱਖਿਆ ਨੂੰ ਮੰਨ ਲਵੇ ਵੀ ਇਹ ਜਿਹੜਾ ਭੇਦ ਗੁਰੂ ਨੇ ਦੱਸਿਆ ਕਿ ਪਰਮਾਤਮਾ ਤੇਰੇ ਅੰਦਰ ਹੀ ਆ, ਫਿਰ ਉਹ ਸੰਸਾਰ ਵੱਲੋਂ ਪਲਟ ਕੇ ਪਰਮਾਤਮਾ ਵੱਲ ਆਉਂਦਾ। ਨੌਵੀਂ ਨਵੈ ਦੁਆਰ ਕੋ ਸਾਧ, ਬਹੁਤੀ ਮਨਸਾ ਰਾਖੋ ਬਾਂਧ। ਹਾਂਜੀ, ਜਿਸ ਤਰ੍ਹਾਂ ਆਪਾਂ ਕੱਲ੍ਹ ਪਰਸੋਂ ਬਾਣੀ 'ਚ ਕਬੀਰ ਜੀ ਦੀ 'ਚ ਪੜ੍ਹਿਆ ਸੀ ਨਾ ਕਿ 9 ਗੋਲਕਾਂ ਨੇ ਸਰੀਰ ਦੀਆਂ ਅਤੇ 10ਵਾਂ ਦੁਆਰ ਆ। ਜਿਹੜਾ ਉਹ 9 ਗੋਲਕਾਂ ਜਿਹੜੀਆਂ ਖੁੱਲ੍ਹੀਆਂ ਨੇ ਉਹਨਾਂ ਦੇ ਵਿੱਚ ਗਲਤਾਨ ਰਹਿੰਦਾ, ਉਹਨਾਂ ਨੂੰ ਵਸ 'ਚ ਨਹੀਂ ਕਰਦਾ, ਫਿਰ ਉਹ 10ਵੇਂ ਦੁਆਰ 'ਚ ਨਹੀਂ ਪਹੁੰਚ ਸਕਦਾ। ਫਿਰ ਉਹੀ ਗੱਲ ਇੱਥੇ ਕਰ ਰਹੇ ਨੇ ਵੀ ਜਿਹੜੇ ਆਪਣੇ ਉਹ 9 ਸਰੀਰ ਦੀਆਂ ਗੋਲਕਾਂ ਨੇ ਉਹਨਾਂ ਨੂੰ ਬਸ ਵਿੱਚ ਕਰ ਲੈਂਦਾ ਅਤੇ ਆਪਣੀ ਜਿਹੜੀ ਅੰਦਰ ਦੀ ਆਸਾ ਤ੍ਰਿਸ਼ਨਾ ਉਹਨੂੰ ਰੱਖ ਲੈਂਦਾ। ਕਹਿੰਦੇ ਨੌਵੀਂ ਥਿਤੀ ਇਹ ਕਹਿ ਰਹੀ ਆ ਕਿ ਆਪਣੀਆਂ ਸਰੀਰ ਦੀਆਂ 9 ਗੋਲਕਾਂ ਨੂੰ ਬਸ ਵਿੱਚ ਕਰ ਅਤੇ ਆਪਣੀ ਆਸਾ ਮਨਸਾ ਜਿਹੜੀ ਅੰਦਰ ਹੈਗੀ ਆ ਉਹਨੂੰ ਆਪਣੇ ਬਸ ਵਿੱਚ ਕਰ। ਲੋਭ ਮੋਹ ਸਭ ਬੀਸਰ ਜਾਹੋ, ਜੁਗ ਜੁਗ ਜੀਵੋ ਅਮਰ ਫਲ ਖਾਹੋ। ਲੋਭ ਮੋਹ ਸਭ ਬੀਸਰ ਜਾਹੋ, ਜੁਗ ਜੁਗ ਜੀਵੋ ਅਮਰ ਫਲ ਖਾਓ। ਫਿਰ ਕੀ ਹੋਊਗਾ? ਕਹਿੰਦੇ ਜਦੋਂ 9ਵੇਂ ਗੋਲਕਾਂ ਜੀਵ ਦੇ ਵਸ ਵਿੱਚ ਹੋ ਗਈਆਂ, ਆਸਾ ਤ੍ਰਿਸ਼ਨਾ ਵਸ 'ਚ ਹੋ ਗਈ, ਫਿਰ ਕਹਿੰਦੇ ਉਹਦਾ ਲੋਭ ਵੀ ਅਤੇ ਮੋਹ ਵੀ ਸਭ ਖਤਮ ਹੋ ਜਾਊਗਾ। ਫਿਰ ਉਹ ਜੀਵ ਅਮਰ ਪਦਵੀ ਪਾ ਲੂਗਾ। ਜੁਗ ਜੁਗ ਜੀਵੋ ਅਮਰ ਫਲ ਖਾਵੋ। ਫਿਰ ਕਹਿੰਦੇ ਉਹਦਾ ਆਵਾਗਮਨ ਦਾ ਚੱਕਰ ਖਤਮ ਹੋ ਜਾਊਗਾ। ਫਿਰ ਉਹ ਕਹਿੰਦੇ ਅਟੱਲ ਪਦਵੀ ਪਾ ਲੂਗਾ। ਉਹ ਕਿਸ ਤਰ੍ਹਾਂ? ਫਿਰ ਉਹ ਅਵਿਨਾਸ਼ੀ ਪਰਮਾਤਮਾ ਦੇ ਵਿੱਚ ਸਰੂਪ ਵਿੱਚ ਟਿਕ ਜੂਗਾ, ਉਹਦੇ ਚਰਨਾਂ ਦੇ ਵਿੱਚ ਸਦਾ ਲਈ ਟਿਕ ਜੂਗਾ। ਹਾਂਜੀ ਸੰਗਤ ਜੀ, ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ, ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ। ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦਿਆਂ, ਬਾਣੀ ਪੜ੍ਹਦਿਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ ਦੇਣਾ ਗਲਤੀਆਂ ਲਈ ਜੀ। ਬੇਅੰਤ ਗਲਤੀਆਂ ਹੁੰਦੀਆਂ ਨੇ ਸਤਿਗੁਰੂ ਜੀ, ਅੱਗੇ ਤੋਂ ਸੁਮੱਤ ਦੇਣੀ ਪਰਮੇਸ਼ਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ, ਵਾਹਿਗੁਰੂ।